ਭਾਰਤ ਦੇ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਲਗਾਤਾਰ ਪੋਜ਼ਿਟਿਵ ਮਾਮਲਿਆਂ ਦੀ ਗਿਣਤੀ ਦੇ ਵਿੱਚ ਵਾਧਾ ਹੋ ਰਿਹਾ ਹੈ। ਭਾਰਤ ਦੇ ਵਿੱਚ ਪੀੜਤਾਂ ਦੀ ਗਿਣਤੀ 5.5 ਲੱਖ ਦੇ ਕਰੀਬ ਪਹੁੰਚ ਗਈ ਹੈ। ਪਿਛਲੇ 24 ਘੰਟਿਆਂ ਦੌਰਾਨ 19,459 ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆਏ ਨੇ। ਇਸ ਦੇ ਨਾਲ ਹੀ ਕਾਂਗਰਸ ਦੇ ਵੱਲੋਂ ਅੱਜ ਪੂਰੇ ਦੇਸ਼ ਭਰ ਦੇ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਵਧੀਆਂ ਕੀਮਤਾਂ ਤੇ ਕੇਂਦਰ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਸੋਨੀਆ ਗਾਂਧੀ ਨੇ ਕੇਂਦਰ ਸਰਕਾਰ ਤੇ ਨਿਸ਼ਾਨਾ ਵੀ ਸਾਧਿਆ ਹੈ। ਭਾਰਤ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਮਰੀਜ਼ਾਂ ਦਾ ਅੰਕੜਾ 5.5 ਲੱਖ ਦੇ ਕਰੀਬ ਪੁੱਜ ਗਿਆ ਹੈ। ਪਿਛਲੇ 24 ਘੰਟਿਆਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ 19,459 ਨਵੇਂ ਮਾਮਲੇ ਸਾਹਮਣੇ ਆਏ ਨੇ, ਜਿਸ ਨਾਲ ਦੇਸ਼ ਦੇ ਵਿੱਚ 5,48,000 ਤੋਂ ਵੱਧ ਮਾਮਲੇ ਹੋ ਗਏ ਨੇ। ਪਿਛਲੇ 24 ਘੰਟੇ ਦੇ ਅੰਦਰ 380 ਲੋਕਾਂ ਦੀ ਮੌਤ ਹੋਈ ਹੈ, ਜਿਸ ਨਾਲ ਮ੍ਰਿਤਕਾਂ ਦਾ ਅੰਕੜਾ ਵੱਧ ਕੇ 16,400 ਤੋਂ ਵੱਧ ਹੋ ਗਿਆ ਹੈ। ਦੂਜੇ ਪਾਸੇ ਕੋਰੋਨਾ ਮਹਾਮਾਰੀ ਤੋਂ ਨਿਜਾਤ ਪਾਉਣ ਵਾਲਿਆਂ ਦੀ ਗਿਣਤੀ ਦੇ ਵਿੱਚ ਵੀ ਇਜ਼ਾਫਾ ਹੋ ਰਿਹਾ ਹੈ। ਹੁਣ ਤੱਕ ਕੁੱਲ 3,21,723 ਮਰੀਜ਼ ਰੋਗ ਮੁਕਤ ਹੋ ਚੁੱਕੇ ਨੇ। ਫਿਲਹਾਲ ਦੇਸ਼ ਦੇ ਵਿੱਚ ਅਜੇ ਵੀ ਕੋਰੋਨਾ ਵਾਇਰਸ ਦੇ 2,10,120 ਸਰਗਰਮ ਮਾਮਲੇ ਨੇ। ਕੋਰੋਨਾ ਮਹਾਮਾਰੀ ਨਾਲ ਸਭ ਤੋਂ ਵਧੇਰੇ ਪ੍ਰਭਾਵਿਤ ਮਹਾਰਾਸ਼ਟਰ ਸੂਬਾ ਹੋਇਆ, ਜਿੱਥੇ ਪਿਛਲੇ 24 ਘੰਟਿਆਂ ਦੇ ਵਿੱਚ ਵਾਇਰਸ ਦੇ 5493 ਨਵੇਂ ਮਾਮਲੇ ਸਾਹਮਣੇ ਆਏ ਨੇ ਅਤੇ 156 ਲੋਕਾਂ ਦੀ ਮੌਤ ਹੋਈ ਹੈ। ਇਸ ਦੇ ਨਾਲ ਹੀ ਸੂਬੇ ਦੇ ਵਿੱਚ ਪੀੜਤਾਂ ਦੀ ਗਿਣਤੀ ਵੱਧ ਕੇ 1,64,626 ਅਤੇ ਮ੍ਰਿਤਕਾਂ ਦੀ ਗਿਣਤੀ ਵੱਧ ਕੇ 7429 ਹੋ ਗਈ ਹੈ। ਸੂਬੇ ਦੇ ਵਿੱਚ 86,575 ਲੋਕ ਰੋਗ ਮੁਕਤ ਹੋਏ ਨੇ। ਰਾਜਧਾਨੀ ਦਿੱਲੀ ਦੇ ਵਿੱਚ ਵੀ ਕੋਰੋਨਾ ਨੇ ਕਹਿਰ ਵਰਾਇਆ ਹੋਇਆ ਅਤੇ ਵਾਇਰਸ ਅਤੇ ਮੌਤਾਂ ਦੀ ਗਿਣਤੀ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਦਿੱਲੀ ਦੇਸ਼ ਦੇ ਵਿੱਚ ਦੂਜੇ ਨੰਬਰ ਤੇ ਪਹੁੰਚਿਆ ਹੋਇਆ। ਪਿਛਲੇ 24 ਘੰਟਿਆਂ ਦੇ ਵਿੱਚ 2899 ਨਵੇਂ ਮਾਮਲੇ ਸਾਹਮਣੇ ਆਉਣ ਦੇ ਨਾਲ ਕੁੱਲ ਪੀੜਤਾਂ ਦਾ ਅੰਕੜਾ 83,077 ਤੱਕ ਪਹੁੰਚ ਗਿਆ। ਦਿੱਲੀ ਦੇ ਵਿੱਚ ਮ੍ਰਿਤਕਾਂ ਦੀ ਗਿਣਤੀ 2623 ਹੋ ਗਈ ਹੈ। ਰਾਜਧਾਨੀ ਦੇ ਵਿੱਚ 52,607 ਮਰੀਜ਼ ਰੋਗ ਮੁਕਤ ਹੋਏ ਨੇ, ਜਿਨ੍ਹਾਂ ਨੂੰ ਵੱਖ-ਵੱਖ ਹਸਪਤਾਲਾਂ ਤੋਂ ਛੁੱਟੀ ਦਿੱਤੀ ਜਾ ਚੁੱਕੀ ਹੈ। ਦਿੱਲੀ ਸਰਕਾਰ ਪਲਾਜ਼ਮਾ ਬੈਂਕ ਦਾ ਨਿਰਮਾਣ ਕਰੇਗੀ। ਇਹ ਐਲਾਨ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਕੀਤਾ ਗਿਆ। ਕੇਜਰੀਵਾਲ ਨੇ ਕਿਹਾ, ਸਰਕਾਰ ਦੇਸ਼ ਦਾ ਪਹਿਲਾ ਪਲਾਜ਼ਮਾ ਬੈਂਕ ਬਣਾਵੇਗੀ। ਇਸ ਦੇ ਨਾਲ ਹੀ ਕੇਜਰੀਵਾਲ ਨੇ ਕੋਰੋਨਾ ਨਾਲ ਠੀਕ ਹੋਏ ਲੋਕਾਂ ਤੋਂ ਪਲਾਜ਼ਮਾ ਡੋਨੇਟ ਕਰਨ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਅਰਵਿੰਦ ਕੇਜਰੀਵਾਲ ਨੇ LNJP ਦੇ ਡਾਕਟਰ ਅਸੀਮ ਗੁਪਤਾ, ਜੋ ਕੋਰੋਨਾ ਮਰੀਜ਼ਾਂ ਦੀ ਸੇਵਾ ਕਰਦੇ ਪੀੜਤ ਹੋ ਗਏ ਸੀ ਅਤੇ ਬਾਅਦ ਦੇ ਵਿੱਚ ਉਹਨਾਂ ਦੀ ਮੌਤ ਹੋ ਗਈ ਸੀ, ਦਿੱਲੀ ਸਰਕਾਰ ਉਹਨਾਂ ਦੇ ਸਨਮਾਨ ਦੇ ਵਜੋਂ ਡਾਕਟਰ ਅਸੀਮ ਗੁਪਤਾ ਦੇ ਪਰਿਵਾਰ ਨੂੰ 1 ਕਰੋੜ ਰੁਪਏ ਦੀ ਰਾਸ਼ੀ ਦੇਵੇਗੀ। डॉक्टर असीम गुप्ता अपने LNJP हॉस्पिटल में एक बहुत सीनियर डॉक्टर थे, एनेस्थेलॉजिस्ट थे। ICU में उनकी ड्यूटी थी और कोरोना के पेशेंट्स का इलाज करने का उनकी ड्यूटी चल रही थी पिछले कुछ महीनों से। उनके सभी साथी बताते हैं कि कितनी शिद्दत के साथ और कितनी मेहनत के साथ वो पेशेंट्स की सेवा किया करते थे। कोरोना के मरीजों की सेवा करते करते 3 जून को उन्हें खुद कोरोना हो गया। अस्पताल में भर्ती हुए और अंत में वो कोरोना से लड़ते लड़ते हम सबको छोड़ के चले गए। उनकी वाइफ भी डॉक्टर हैं। आज सुबह उनकी वाइफ से मेरी लंबी बात हुई। उनकी वाइफ को भी कोरोना हो गया था, लेकिन उनकी वाइफ कोरोना से बाहर निकल आई हैं और वो अब स्वस्थ हैं। हम सब प्रार्थना करते हैं कि डॉक्टर असीम गुप्ता की आत्मा को भगवान अपने चरणों में जगह दे। ऐसे लोगों की वजह से ही आज हम लोग कोरोना से लड़ पा रहे हैं। डॉक्टर असीम गुप्ता हम सब लोगों के लिए बहुत बड़ी प्रेरणा हैं और हम सब दिल्ली वासी और देशवासी उनकी इस सेवा को नमन करते हैं। दिल्ली सरकार उनके सम्मान में उनके परिवार को 1 करोड़ रुपए की सम्मान राशि देगी। ਰਾਜਧਾਨੀ ਦਿੱਲੀ ਸਮੇਤ ਦੇਸ਼ ਦੇ तमाम ਹਿੱਸਿਆਂ ਦੇ ਵਿੱਚ ਪੈਟਰੋਲ ਡੀਜ਼ਲ ਦੀਆਂ ਵਧੀਆਂ ਕੀਮਤਾਂ ਦੇ ਖਿਲਾਫ ਕਾਂਗਰਸ ਨੇ ਵਿਰੋਧ ਪ੍ਰਦਰਸ਼ਨ ਕੀਤਾ। ਇਸ ਦੌਰਾਨ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੇ ਵੀ ਕੇਂਦਰ ਸਰਕਾਰ ਤੇ ਨਿਸ਼ਾਨਾ ਸਾਧਿਆ। ਸੋਨੀਆ ਨੇ ਕਿਹਾ ਕਿ ਕੱਚੇ ਤੇਲ ਦੀ ਕੀਮਤ ਡਿੱਗ ਰਹੀ ਹੈ, ਇਸ ਦਾ ਫਾਇਦਾ ਜਨਤਾ ਨੂੰ ਦੇਣਾ ਚਾਹੀਦਾ, ਪਰ ਸਰਕਾਰ ਨੇ ਟੈਕਸ ਵਧਾ ਕੇ ਜਨਤਾ ਤੋਂ 18 ਲੱਖ ਕਰੋੜ ਦੀ ਵਾਧੂ ਵਸੂਲੀ ਕੀਤੀ ਹੈ। एक तरफ कोरोना महामारी का
कहर और दूसरी तरफ महंगे पेट्रोल डीजल की मार ने देशवासियों का जीना बेहद मुश्किल कर दिया है। आज देश की राजधानी दिल्ली और अन्य बड़े शहरों में तो पेट्रोल और डीजल दोनों की कीमतें 80 रुपये प्रति लीटर को पार कर गई है। 25 मार्च के लॉकडाउन के बाद मोदी सरकार ने पिछले 3 महीनों में 22 बार लगातार पेट्रोल डीजल की कीमतें बढ़ाई। डीजल की कीमत 11 रुपये प्रति लीटर और पेट्रोल की कीमत 9 रुपये 12 पैसा प्रति लीटर और बढ़ा दी। यही नहीं, पिछले 3 महीने में मोदी सरकार ने एक्साइज ड्यूटी बढ़ाकर भी सालाना लाखों करोड़ इकट्ठे करने का इंतजाम कर दिया है। यह सब तब हो रहा है जब कच्चे तेल की कीमतें अंतर्राष्ट्रीय बाजार में लगातार कम हो रही हैं। मैं आप सभी को यह भी याद दिलाना चाहती हूँ कि 2014 के बाद मोदी सरकार ने जनता को कच्चे तेल की गिरती कीमतों का फायदा देने की बजाय पेट्रोल और डीजल पर 12 बार एक्साइज ड्यूटी बढ़ाई, जिससे सरकार ने लगभग 18 लाख करोड़ रुपए की अतिरिक्त वसूली की। ਮੋਦੀ ਸਰਕਾਰ ਦੇ ਵਿੱਚ ਮੰਤਰੀ ਅਤੇ ਸਾਬਕਾ ਫੌਜ ਮੁਖੀ ਵੀਕੇ ਸਿੰਘ ਨੇ 15 ਜੂਨ ਦੀ ਰਾਤ ਗਲਵਾਨ ਘਾਟੀ ਦੇ ਵਿੱਚ ਭਾਰਤ ਅਤੇ ਚੀਨ ਫੌਜੀਆਂ ਵਿਚਕਾਰ ਹੋਈ ਹਿੰਸਕ ਝੜਪ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ ਹੈ। ਵੀਕੇ ਸਿੰਘ ਨੇ ਕਿਹਾ ਗਲਵਾਨ ਘਾਟੀ ਦੇ ਵਿੱਚ ਭਾਰਤ ਅਤੇ ਚੀਨੀ ਫੌਜੀਆਂ ਦੇ ਵਿਚਕਾਰ ਇੱਕ ਰਹੱਸਮਈ ਅੱਗ ਬਾਰੇ ਹਿੰਸਕ ਝੜਪ ਹੋਈ ਹੈ। ਇਹ ਅੱਗ ਸੈਨਿਕਾਂ ਦੇ ਟੈਂਟਾਂ ਦੇ ਵਿੱਚ ਲੱਗ ਗਈ ਸੀ। ਜਨਰਲ ਵੀਕੇ ਸਿੰਘ ਨੇ ਦੱਸਿਆ ਭਾਰਤ ਅਤੇ ਚੀਨ ਦੇ ਵਿਚਕਾਰ ਲੈਫਟੀਨੈਂਟ ਲੈਵਲ ਅਤੇ ਗੱਲਬਾਤ ਦੇ ਵਿੱਚ ਇਹ ਖੁਲਾਸਾ ਹੋਇਆ ਸੀ ਕਿ ਸਰਹੱਦ ਦੇ ਕੋਲ ਕੋਈ ਵੀ ਸੈਨਿਕ ਮੌਜੂਦ ਨਹੀਂ ਹੋਵੇਗਾ। पर जो 15 जून की शाम कमांडिंग अफसर सरहद से चेक करने गए तो देखा कि चीन के सारे लोग वापस नहीं गए सन। इस समय हमारे लोग देखने गए, कमांडिंग अफसर देखने गए, क्योंकि जिम्मेवारी का इलाका उनका था कि चीन के लोग वापस गए कि नहीं। तो उन्होंने देखा कि चीन के पूरे लोग वापस नहीं गए, वो PP-14 के नजदीक ही दिखाई दे रहे। और एक जो उनका तंबू उन्होंने हमसे इजाजत लेकर लगाया था ताकि वो देख सकें कि हमारे लोग पीछे गए कि नहीं, वो अभी तक हटा नहीं। कहा सुनी हुई, तंबू हटाने का हुक्म दिया हमारे कमांडिंग ऑफिसर ने, और जब वो तंबू हटाने लगे चीनी सैनिक, उस तंबू में आग लगी। उन्होंने क्या रख रखा था किसी को, पहला ख्याल जो सबके मन में आएगा उन्होंने आग लगाई। ऐसा ही है ना। तो उसके अंदर वहां पर झड़प। जम्मू कश्मीर ਦੇ ਵਿੱਚ ਅੱਤਵਾਦੀਆਂ ਦੇ ਸਫਾਏ ਦੇ ਵਿੱਚ ਆਰਮੀ ਅਤੇ ਪੁਲਿਸ ਨੂੰ ਲਗਾਤਾਰ ਕਾਮਯਾਬੀ ਮਿਲ ਰਹੀ ਹੈ। ਅਨੰਤਨਾਗ ਜ਼ਿਲ੍ਹੇ ਦੇ ਫੁਲਚੋਹਰ ਇਲਾਕੇ ਦੇ ਵਿੱਚ ਸੁਰੱਖਿਆ ਬਲਾਂ ਨੇ 3 ਅੱਤਵਾਦੀ ਢੇਰ ਕਰ ਦਿੱਤੇ। ਜੰਮੂ ਕਸ਼ਮੀਰ ਦੇ DGP ਦਿਲਬਾਗ ਸਿੰਘ ਨੇ ਦੱਸਿਆ ਕਿ ਮਾਰੇ ਗਏ ਅੱਤਵਾਦੀਆਂ ਦੇ ਵਿੱਚ ਇੱਕ ਲਸ਼ਕਰੇ ਤੋਇਬਾ ਦਾ ਡਿਸਟ੍ਰਿਕਟ ਕਮਾਂਡਰ ਅਤੇ ਇੱਕ ਹਿਜਬੁਲ ਮੁਜਾਹਿਦੀਨ ਦਾ ਕਮਾਂਡਰ ਮਸੂਦ ਸ਼ਾਮਿਲ ਸੀ। DGP ਨੇ ਕਿਹਾ ਜੰਮੂ ਜ਼ੋਨ ਦਾ ਡੋਡਾ ਜ਼ਿਲ੍ਹਾ ਇੱਕ ਵਾਰ ਫਿਰ ਤੋਂ ਅੱਤਵਾਦ ਤੋਂ ਮੁਕਤ ਹੋ ਗਿਆ। ਮਸੂਦ ਡੋਡਾ ਜ਼ਿਲ੍ਹੇ ਦਾ ਆਖਰੀ ਅੱਤਵਾਦੀ ਸੀ। ਉਹ ਡੋਡਾ ਦੇ ਵਿੱਚ ਇੱਕ ਰੇਪ ਕੇਸ ਦੇ ਵਿੱਚ ਸ਼ਾਮਲ ਸੀ। ਉਸ ਘਟਨਾ ਤੋਂ ਬਾਅਦ ਉਹ ਫਰਾਰ ਹੋ ਗਿਆ ਸੀ। ਬਾਅਦ ਦੇ ਵਿੱਚ ਹਿਜ਼ਬੁਲ ਮੁਜਾਹਿਦੀਨ ਨਾਲ ਜੁੜ ਗਿਆ ਤੇ ਕਸ਼ਮੀਰ ਤੋਂ ਅੱਤਵਾਦੀ ਗਤੀਵਿਧੀਆਂ ਚਲਾ ਰਿਹਾ ਸੀ। ਬੁਲੇਟਿਨ ਦੇ ਵਿੱਚ ਸਮਾਂ ਹੋ ਗਿਆ ਇੱਕ ਹੋਰ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਵੀ ਖਬਰਾਂ ਦਾ ਸਿਲਸਿਲਾ ਜਾਰੀ ਰਹੇਗਾ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ PM ਕੇਅਰ ਫੰਡ ਨੂੰ ਲੈ ਕੇ ਮੋਦੀ ਸਰਕਾਰ ਨੂੰ ਸਵਾਲ ਕੀਤਾ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ PM ਕੇਅਰ ਫੰਡ ਦੇ ਵਿੱਚ ਜੇਕਰ ਚੀਨੀ ਕੰਪਨੀਆਂ ਦੇ ਵੱਲੋਂ ਫੰਡ ਦਿੱਤਾ ਗਿਆ ਤਾਂ ਕੈਪਟਨ ਨੇ ਇਸ ਤੇ ਇਤਰਾਜ਼ ਜਤਾਉਂਦਿਆਂ ਕਿਹਾ ਕਿ ਮੋਦੀ ਸਰਕਾਰ ਨੂੰ ਸਭ ਤੋਂ ਪਹਿਲਾਂ ਇਹ ਫੰਡ ਵਾਪਸ ਕਰਨਾ ਚਾਹੀਦਾ। ਇਸ ਦੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਨੇ ਹੋਰ ਕੀ ਕਿਹਾ, ਆਓ ਦਿਖਾਉਂਦੇ ਹਾਂ।
ਚੀਨੀ ਕੰਪਨੀ ਦੇ ਵੱਲੋਂ ਪੀਐਮ ਕੇਅਰ ਫੰਡ ਦੇ ਵਿੱਚ ਪੈਸੇ ਦਿੱਤੇ ਗਏ ਨੇ, ਇਹ ਖਦਸ਼ਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜ਼ਾਹਰ ਕੀਤਾ ਹੈ। ਕੈਪਟਨ ਨੇ ਸਿੱਧਾ ਸਵਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕੀਤਾ। ਗਲਵਨ ਵੈਲੀ ਤੇ ਜੋ ਹੋਇਆ ਦੇਸ਼ ਨੇ ਦੇਖਿਆ, ਚੀਨ ਨੂੰ ਮੂੰਹ ਤੋੜ ਜਵਾਬ ਦਿੱਤਾ ਗਿਆ। 20 ਜਵਾਨਾਂ ਨੇ ਲਾਸਾਨੀ ਸ਼ਹਾਦਤ ਦਿੱਤੀ, ਪਰ ਇਸੇ ਦਰਮਿਆਨ ਹੁਣ ਚੀਨੀ ਫੰਡ ਦੇ ਚਰਚੇ ਵੱਡੇ ਸਵਾਲ ਖੜੇ ਕਰ ਰਹੇ ਨੇ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੀਐਮ ਕੇਅਰ ਫੰਡ ਦੇ ਵਿੱਚ ਚੀਨੀ ਕੰਪਨੀਆਂ ਦੇ ਵੱਲੋਂ ਦਿੱਤੇ ਫੰਡ ਤੇ ਇਤਰਾਜ਼ ਜ਼ਾਹਰ ਕੀਤਾ ਹੈ। Indian Army is a highly professional army, but while these things are happening, I think we must take a tough line with China. And मैं थोड़ी गल्लां तुहानूं दसना चाहुंदा which I think should not be happening in this time. This letter note has been sent to me by somebody. This is correct. Then I think the Prime Minister has received in various funds various sums from Chinese companies, which are relief sums or whatever. I'll read them out to you. The PM has received the following funds despite the overt Chinese hostilities in the year 2013 onwards. The question is, has PM received 7 crores from the controversial company HUAWEI? I don't know how to pronounce it. Does HUAWEI have a direct connection with the People's Liberation Army of China? That's one. My point of saying this is that if this money's come from various countries into various governments who contribute, but when with this confrontation going on at this time, if any money has been received, that money should be returned back. I don't think we can afford to take Chinese money when our boys are being killed and our Indian territory is being aggressed on. So this is one of the things. 7 crore in from this company. TikTok facilitated a donation of 30 crores to the controversial PM Cares Fund. Has Paytm, which has 38% Chinese ownership, given 100 crores to this relief fund? Has, again I can't pronounce it, XIAOMI, the Chinese company, committed 15 crores to the controversial fund, same fund? Has the Chinese company OPPO donated 1 crore to the controversial fund? And has the Prime Minister diverted the donation received in PMNRIF to the controversial PM Cares Fund? And how many crores is being sent to this? Now these are questions which have been circulated and I have received a copy. Now it's not a question of how much money has come or not. Even taking 1 rupee from the Chinese at a time when number one, they are responsible for COVID, and number two, they are responsible for aggression in my country. I think it is time that this money, whatever has been received from Chinese companies, should be returned to them. I don't think we can easily manage without that. India doesn't need Chinese money to look after ourselves. We'll do it on our own. ਗਲਵਨ ਘਾਟੀ ਦੇ ਵਿੱਚ ਪੰਜਾਬ ਦੇ 5 ਜਵਾਨ ਸ਼ਹੀਦ ਹੋ ਗਏ ਸਨ। ਦੇਸ਼ ਦੀ ਸੁਰੱਖਿਆ ਦੇ ਲਈ ਆਪਣੀ ਜਾਨ ਵਾਰੀ ਸੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਫੌਜਾਂ ਦੀ ਸ਼ਹੀਦੀ ਨੂੰ ਨਮਨ ਕੀਤਾ। ਨਾਲ ਹੀ ਮੰਗ ਉੱਠੀ ਚੀਨ ਖਿਲਾਫ ਸਖਤ ਐਕਸ਼ਨ ਦੀ। ਸਾਡੇ ਪੰਜਾਬ ਦੇ 5 ਨੌਜਵਾਨ ਸਾਡੇ ਸ਼ਹੀਦ ਹੋਏ ਨੇ। 2 ਫਰੋਮ ਨਾਇਬ ਸੁਬੇਦਾਰ, ਇੱਕ ਰਾਜਪੁਰਾ ਤੋਂ, ਇੱਕ ਗੁਰਦਾਸਪੁਰ ਤੋਂ। They are from the 3rd Medium Regiment, which is a pure Sikh regiment of the Indian Medium Artillery with 155 Bofors guns. And then you have 3 boys from our 3rd Punjab, 2 ਸਾਡੇ ਪੰਜਾਬ ਦੇ ਮੁੰਡੇ, ਇੱਕ ਸੰਗਰੂਰ ਤੋਂ, ਇੱਕ ਮਾਨਸਾ ਤੋਂ, ਔਰ ਇੱਕ ਹਮੀਰਪੁਰ ਦਾ। There was a young boy who was also killed in Himachal Pradesh. 3rd Punjab is one of India's oldest regiments and has half 2 companies of Sikhs and 2 companies of Dogras. All the Punjab regiment is all that. So this boy who was killed is a Dogra boy from Himachal Pradesh. So it's very sad that this is happening. In addition to that, there was 16 Bihar, 1 boy from 13 Bihar, and now day before yesterday, we lost a young man from Patiala who was from 58 Engineer Regiment. So it's a very sad thing that is happening in that area. But that is the job of a soldier. I'm sure they will do their job as expected of them.
Indian Army is a highly professional army. But while these things are happening, I think we must take a tough line with China. ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਵੀਂ ਚੁਣੀ ਗਈ ਮੁੱਖ ਸਕੱਤਰ ਵਿਨੀ ਮਹਾਜਨ ਦੇ ਲਈ ਵੱਡਾ ਸਟੈਂਡ ਲਿਆ। ਕੈਪਟਨ ਨੇ ਦਿਨਕਰ ਗੁਪਤਾ ਤੇ ਵਿਨੀ ਮਹਾਜਨ ਨੂੰ ਕਾਬਲ ਅਫਸਰ ਕਰਾਰ ਦਿੱਤਾ। ਕੈਪਟਨ ਨੇ ਕਿਹਾ ਦੋਵਾਂ ਦੀ ਨਿਯੁਕਤੀ ਤੇ ਸਵਾਲ ਚੁੱਕਣਾ ਠੀਕ ਨਹੀਂ ਹੈ। If he wants to go, I'm not going to let him go. He has to be here, and so has Mrs. Winnie Mahajan. She's one of our most able officers, and it's not right to raise a finger against them because they're husband and wife. Everyone has a right to be to have a job. Let me tell you, in one case, this is not the first time it's happened. In the time when Mr. Rajiv Gandhi was Prime Minister, ਉਦੋਂ Mrs. Sarla Garewal ਉਹਨਾਂ ਦੀ ਪ੍ਰਿੰਸੀਪਲ ਸੈਕਟਰੀ ਸੀ, ਔਰ ਉਹਨਾਂ Mrs. Sarla Garewal's husband, Mr. S.S. Garewal, was the cabinet secretary. So they can be cabinet secretary and principal secretary to the Prime Minister. So why can't you have one DGP and one chief secretary? I don't think anything is wrong in that. ਅੰਮ੍ਰਿਤਸਰ ਦੇ ਵਿੱਚ ਕਾਂਗਰਸ ਦੇ ਲੀਡਰਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਸਾੜਿਆ। ਪੈਟਰੋਲ ਅਤੇ ਡੀਜ਼ਲ ਦੇ ਵਧੇ ਰੇਟਾਂ ਖਿਲਾਫ ਕਾਂਗਰਸ ਨੇ ਜੰਮ ਕੇ ਅੰਮ੍ਰਿਤਸਰ ਦੇ ਵਿੱਚ ਕੇਂਦਰ ਸਰਕਾਰ ਖਿਲਾਫ ਵਿਰੋਧ ਪ੍ਰਦਰਸ਼ਨ ਕੀਤਾ। ਲੀਡਰਾਂ ਨੇ ਪੈਟਰੋਲ ਅਤੇ ਡੀਜ਼ਲ ਦੇ ਰੇਟਾਂ ਦੇ ਵਿੱਚ ਕਟੌਤੀ ਕਰਨ ਦੀ ਮੰਗ ਕੀਤੀ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਸੋਸ਼ਲ ਡਿਸਟੈਂਸਿੰਗ ਨਿਯਮ ਦੀ ਪਾਲਣਾ ਕਰਨਾ ਭੁੱਲ ਗਏ। ਨਵਾਂ ਸ਼ਹਿਰ ਦੇ ਵਿੱਚ ਜਾਖੜ ਦੀ ਅਗਵਾਈ ਦੇ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਵਧੀਆਂ ਕੀਮਤਾਂ ਤੇ ਕੇਂਦਰ ਸਰਕਾਰ ਖਿਲਾਫ ਕਾਂਗਰਸ ਦੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ। ਰੱਸੀਆਂ ਨਾਲ ਟਰੈਕਟਰ ਖਿੱਚ ਕੇ ਕੇਂਦਰ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ, ਪਰ ਕਾਂਗਰਸ ਦੇ ਵਰਕਰਾਂ ਨੂੰ ਸੋਸ਼ਲ ਡਿਸਟੈਂਸਿੰਗ ਦਾ ਖਿਆਲ ਨਹੀਂ ਰਿਹਾ। ਅੰਮ੍ਰਿਤਸਰ ਦੇ ਅਟਾਰੀ ਦੇ ਵਿੱਚ ਪੁਲਿਸ ਦੀ ਵਰਦੀ ਦੇ ਵਿੱਚ ਆਏ ਲੁਟੇਰਿਆਂ ਨੇ ਇੱਕ ਘਰ ਦੇ ਵਿੱਚ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ। 4 ਦੇ ਕਰੀਬ ਲੁਟੇਰੇ ਸਵੇਰੇ ਪੁਲਿਸ ਦੀ ਵਰਦੀ ਦੇ ਵਿੱਚ ਆਏ ਅਤੇ ਪਿਸਤੌਲ ਦੀ ਨੋਕ ਤੇ ਸੋਨਾ ਤੇ ਲੱਖਾਂ ਰੁਪਏ ਲੁੱਟ ਕੇ ਫਰਾਰ ਹੋ ਗਏ। ਇਹ ਘਟਨਾ ਸਵੇਰੇ ਕਰੀਬ 8 ਵਜੇ ਵਾਪਰੀ। ਮੌਕੇ ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ। ਪੀੜਤ ਜਸਵਿੰਦਰ ਸਿੰਘ ਦੇ ਮੁਤਾਬਕ ਲੁਟੇਰੇ ਜਦੋਂ ਘਰ ਆਏ ਸੀ ਤਾਂ ਉਹਨਾਂ ਦੇ ਵਰਦੀ ਪਾਈ ਹੋਈ ਸੀ। ਕੈਪਟਨ ਸਰਕਾਰ ਨੇ ਬੱਸਾਂ ਦੇ ਵਿੱਚ 50% ਦੀ ਸਵਾਰੀਆਂ ਦਾ ਫੈਸਲਾ ਬਦਲ ਦਿੱਤਾ ਸੀ। ਨਵੇਂ ਫੈਸਲੇ ਦੇ ਵਿੱਚ ਪੂਰੀਆਂ ਸਵਾਰੀਆਂ ਲੈ ਕੇ ਜਾਣ ਦੇ ਲਈ ਕਿਹਾ ਗਿਆ, ਪਰ ਲੁਧਿਆਣਾ ਦੇ ਬੱਸ ਸਟੈਂਡ ਤੋਂ 50% ਦੀ ਸਵਾਰੀਆਂ ਨਾਲ ਹੀ ਬੱਸਾਂ ਚਲਾਈਆਂ ਗਈਆਂ। ਬੱਸ ਸਟੈਂਡ ਦੇ ਅਧਿਕਾਰੀਆਂ ਦੇ ਮੁਤਾਬਕ ਅਜੇ ਤੱਕ ਪੰਜਾਬ ਸਰਕਾਰ ਦਾ ਕੋਈ ਵੀ ਨੋਟਿਸ ਨਹੀਂ ਮਿਲਿਆ। ਦੂਜੇ ਪਾਸੇ ਪੰਜਾਬ ਦੇ ਵਿੱਚ ਸਵਾਰੀਆਂ ਬੱਸ ਦੇ ਸਫ਼ਰ ਤੋਂ ਅਜੇ ਪਰਹੇਜ਼ ਕਰ ਰਹੀਆਂ ਨੇ। ਬੱਸ ਸਟੈਂਡ ਤੇ ਗਿਣਵੀਆਂ ਚਿਣਵੀਆਂ ਸਵਾਰੀਆਂ ਹੀ ਸਨ ਜੋ ਮਜਬੂਰੀ ਕਰਕੇ ਸਫ਼ਰ ਲਈ ਮਜਬੂਰ ਸਨ। ਗੁੱਡ ਮਾਰਨਿੰਗ ਦੇ ਵਿੱਚ ਫਿਲਹਾਲ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਦੇਸ਼ ਦੁਨੀਆ ਤੇ ਪੰਜਾਬ ਦੀ ਹਰ ਵੱਡੀ ਖਬਰ ਲਈ ਦੇਖਦੇ ਰਹੋ ABP ਸਾਂਝਾ।